ਇਹਨਾਂ ਦਾ ਏਜੰਡਾ ਕੋਈ ਨਹੀਂ ਹੈ। ਇਹ ਸਿਰਫ ਈਵੈਂਟ ਕ੍ਰੀਏਟ ਕਰਦੇ ਆ। ਈਵੈਂਟ ਕ੍ਰੀਏਟ ਕਰਕੇ 5-7 ਦਿਨ ਦਾ ਮਟੀਰੀਅਲ ਤਿਆਰ ਕਰਦੇ ਆ। ਪਿਛਲੀ ਵਾਰੀ ਜਿਹੜਾ ਲੋਟਸ ਆਪਰੇਸ਼ਨ ਹੋਇਆ ਸੀ, ਜਿਹਦੇ ਤੇ ਸਪੈਸ਼ਲ ਸੈਸ਼ਨ ਸੱਦਿਆ ਸੀ, ਤੁਸੀਂ ਮੈਨੂੰ ਦੱਸ ਦਿਓ ਵੀ ਉਹਦਾ ਕੋਈ ਆਊਟਕਮ ਹੋਇਆ ਹੋਵੇ। ਇਹਨਾਂ ਦੇ 2 ਵਿਧਾਇਕ ਈਵਨ ਕਿ ਆਪਣੇ ਬਿਆਨ ਵੀ ਦਰਜ ਕਰਾ ਕੇ ਆਏ ਸੀ ਵਿਜੀਲੈਂਸ ਦੇ ਹੈੱਡਕੁਆਟਰ, ਉਹਦਾ ਅੱਜ ਤੱਕ ਕੁਝ ਹੋਇਆ। ਮੀਡੀਆ ਇਹਨਾਂ ਨੇ ਕੰਟਰੋਲ ਕਰ ਲਿਆ। ਕੁਝ ਚੈਨਲ ਜਾਂ ਕੁਝ ਹਾਊਸਸ ਰਹਿ ਗਏ ਆ, ਬਾਕੀ ਸਾਰੇ ਲਗਭਗ ਸਰੈਂਡਰ ਕਰ ਗਏ। ਜੋ ਮੋਦੀ ਸਰਕਾਰ ਕਰਦੀ ਸੀ ਉਹੀ ਇਹ ਕਰਦੀ ਆ। ਇਹ ਉਹਨਾਂ ਦੀ ਬਿਲਕੁਲ ਬੀ ਟੀਮ ਆ। ਮੈਂ ਕਨਫਰਮ ਹੈ ਇਸ ਗੱਲ ਲਈ ਕਿ ਉਹ ਐਕਟ ਜਿਹੜਾ ਲੈ ਕੇ ਆ ਰਹੇ ਨੇ, ਬਿੱਲ ਪਾਸ ਕਰਨਗੇ ਇੱਕ ਵਿਧਾਨ ਸਭਾ 'ਚ, ਕੱਲ੍ਹ ਲੈ ਕੇ ਆਉਣਗੇ ਐਕਟ 'ਚ ਜਿਹੜਾ ਇੱਕ ਐਡੀਸ਼ਨ ਕਰਨੀ ਹੈ ਉਹਨਾਂ ਨੇ। ਉਹਦੇ ਨਾਲ ਉਹਨਾਂ ਨੇ ਕਿਹਾ ਜਦ ਮੈਂ ਇੱਕ ਹੀ ਚੈਨਲ ਦਾ ਗਲਬਾ ਸੀਗਾ ਤੇ ਉਹ ਸਾਰਿਆਂ ਨੂੰ ਫ੍ਰੀ ਟੂ ਏਅਰ ਹੋਣਾ ਚਾਹੀਦਾ, ਤੇ ਮੈਂ ਕਿਹੜਾ ਮਨਾ ਕਰ ਰਿਹਾ। ਕਹਿੰਦੇ ਮੈਂ ਤਾਂ ਕੋਈ ਮਨਾ ਨਹੀਂ ਨਾ ਕਰ ਰਿਹਾ, ਸਾਰੇ ਦੇ ਸਾਰੇ ਚੈਨਲ ਤੁਸੀਂ ਵੀ ਆਉਂਦੇ ਹੋ, ਬੈਠੇ ਹੋ। ਦੇਖੋ, ਗੱਲਾਂ 'ਚ ਇਹਨੂੰ ਕੋਈ ਜਿੱਤ ਨਹੀਂ ਸਕਦਾ। ਮੈਨੂੰ ਤਾਂ ਲੱਗਦਾ ਐਸਜੀਪੀਸੀ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ। ਜਿਹੜੇ ਸਿੱਖ ਇੰਟੈਲੈਕਚੁਅਲਸ ਹੈਗੇ ਆ ਔਰ ਟੈਕਨੋਲੋਜੀ ਨੂੰ ਸਮਝਦੇ ਆ ਵੀ ਇਹਨੂੰ ਹੋਰ ਵਾਈਡਰ ਕਿੱਦਾਂ ਸਪਰੈਡ ਕੀਤਾ ਜਾ ਸਕਦਾ। ਅਸੀਂ ਅਨਨੈਸੈਸਰਲੀ ਕਿਸੇ ਚੀਜ਼ ਨਾਲ ਮੱਥਾ ਲਾ ਰਹੇ ਹਾਂ। ਤੁਸੀਂ ਐਸਜੀਪੀਸੀ ਨੂੰ ਬੁਲਾਓ, ਉਹਨਾਂ ਨੂੰ ਕਹੋ ਤੁਸੀਂ ਇਦਾਂ ਦਾ ਕੰਮ ਕਰ ਲਓ। ਐਕਟਿੰਗ ਜਥੇਦਾਰ ਜਿਹੜੇ ਹਰਪ੍ਰੀਤ ਸਿੰਘ ਸੀਗੇ, ਉਹਨਾਂ ਨੇ ਕਿਹਾ ਸੀ ਆਪਣਾ ਚੈਨਲ ਲੈ ਕੇ ਆਓ। ਉਸ ਕਰਕੇ ਹੀ ਕਿਹਾ ਜਾ ਰਿਹਾ ਹੈ ਕਿੱਥੋਂ ਤੱਕ ਕਿ ਉਹਨਾਂ ਨੂੰ ਹਟਾ ਦਿੱਤਾ ਗਿਆ। ਉਹਨਾਂ ਨੇ ਕਿਹਾ ਸੀ, ਐਸਜੀਪੀਸੀ ਨੂੰ ਕਿਹਾ ਸੀ ਆਪਣਾ ਚੈਨਲ ਜਿਹੜਾ ਤੁਸੀਂ ਲਿਆਓ ਪ੍ਰਸਾਰਣ ਵਾਸਤੇ। ਇਹ ਵੀ ਕਹਿ ਦਿੱਤਾ ਹੈ ਕਿ ਭਾਜਪਾ ਦਾ ਕਾਲੇ ਕੋਟ ਵਾਲਾ ਲੰਬਾ ਜਿਹਾ ਬੰਦਾ ਜਿਹੜਾ ਉੱਥੇ ਲੇਕ ਦੇ ਉੱਤੇ ਇਹਨਾਂ ਦੇ ਐਮਐਲਏਜ਼ ਨੂੰ ਮਿਲਿਆ ਕਿ ਸਰਕਾਰ ਨੂੰ ਇਹੀ ਨਹੀਂ ਪਤਾ। ਮੇਰਾ ਖਿਆਲ ਹੈ ਕੇਜਰੀਵਾਲ ਸਾਹਿਬ ਦੇ ਇੰਤਜ਼ਾਰ 'ਚ ਹੋਣਗੇ, ਉਹ ਸ਼ਾਮ ਨੂੰ ਦੱਸਣਗੇ ਕਿ ਯੋਗਾ ਤੋਂ ਬਾਅਦ ਅਸੀਂ ਕੀ ਕਰਨਾ, ਉਸੇ ਮੁਤਾਬਕ ਏਜੰਡਾ ਤੈਅ ਹੋ ਜਾਏ। 6 ਕਰੋੜ ਰੁਪਈਆ ਲੱਗਾ 4 ਦਿਨਾਂ 'ਚ। 3.5 ਘੰਟੇ ਬਹਿਸ ਹੋਈ। 2 ਵਾਰ ਮੁੱਖ ਮੰਤਰੀ ਸਾਹਿਬ ਬੋਲੇ, 17 ਬੁਲਾਰੇ ਬੋਲੇ, ਤੇ ਅਜੇ ਤੱਕ ਇਹ ਨਹੀਂ ਦੱਸਿਆ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੈਜਿਸਲੇਟਰਸ ਨੂੰ ਕਿ ਦੱਸੋ ਉਹਦੇ ਚੋਂ ਨਿਕਲਿਆ ਕੀ ਹੈ। ਕਿਹੜੇ ਲੀਡਰ ਨੇ ਪੈਸੇ ਆਫਰ ਕੀਤੇ ਤੇ ਕਿਹੜੇ ਲੀਡਰ ਨੂੰ ਕਿੰਨੀ ਪੈਸੇ ਮਿਲੇ ਕਿ ਨਹੀਂ ਮਿਲੇ, ਤੇ ਦੂਸਰੀ ਗੱਲ ਕਾਰਵਾਈ ਕੀ ਕੀਤੀ ਹੈ ਕਿ ਅੱਜ ਦਾ ਸੈਸ਼ਨ ਜਿਹੜਾ ਹੈਗਾ ਉਹਨਾਂ ਨੇ ਇੰਨਾ ਖਰਚ ਕਰਕੇ ਬੁਲਾਇਆ, ਬਾਵਜੂਦ ਉਸਨੇ ਜਿਹੜਾ ਹੈਗਾ ਸਿਰਫ ਆਬਿਚੁਅਰੀਜ਼ ਦੇ ਕੇ ਹੀ ਉਹਨਾਂ ਨੇ ਉਠਾਤਾ। ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਕੱਲ੍ਹ ਨੂੰ ਸੈਸ਼ਨ ਹੋਣਾ, ਸੋ ਉਹ 'ਚ ਜਿਹੜੇ ਪੰਜਾਬ ਦੇ ਕੋਈ ਮੁੱਦੇ ਨੇ ਉਹ ਰੱਖਣ। ਅਸੀਂ ਇਹ ਵੀ ਜਿਹੜੇ ਹੈਗਾ ਪੰਜਾਬ ਦੇ ਬਹੁਤ ਸਾਰੇ ਮਸਲੇ ਅਸੀਂ ਵੀ ਹੱਲ ਕਰਨੇ ਨੇ। ਤਾਂ ਪਿੱਛੇ ਸੈਸ਼ਨ ਹੋਇਆ ਤੇ ਉੱਥੋਂ ਇਹਨਾਂ ਨੇ ਕਿੰਨਾ ਕੁ, ਉਦੋਂ ਸੀਐਮ ਸਾਹਿਬ ਆਉਂਦੇ ਸੀ, ਉਹਦੀ ਦੂਜੀ ਗਲੀ ਨਿਕਲ ਜਾਂਦੇ ਸੀ। ਮੁੱਦਾ ਹੈ ਹੀ ਨਹੀਂ ਕੋਈ ਨਾ ਲਵੇ। ਨਿੱਜੀ ਰੰਜਿਸ਼ਾਂ ਕੱਢਦੇ ਫਿਰਦੇ ਨੇ। ਜੋ ਇਹਨਾਂ ਦਾ ਕੰਡੇ ਬੀਜੇ ਹੋਏ ਨੇ, ਅਸੀਂ ਉਹ ਚੁਗਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। 2 ਦਿਨਾਂ ਵਿਧਾਨ ਸਭਾ ਦਾ ਪੰਜਾਬ ਦਾ ਇਜਲਾਸ ਜਿਹੜਾ ਹੈਗਾ ਉਹ ਅੱਜ ਸ਼ੁਰੂ ਹੋਇਆ ਹੈ। 19 ਤੇ 20 2 ਦਿਨ ਦਾ ਇਜਲਾਸ ਜਿਹੜਾ ਉਹ ਸ਼ੁਰੂ ਹੋਇਆ ਹੈ। ਪਰ ਉਸ ਦੇ ਬਾਅਦ ਤੁਹਾਨੂੰ ਦੱਸ ਦਈਏ ਕਿ ਅੱਜ ਸਿਰਫ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਔਰ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਜਿਹੜਾ ਸੀਗਾ ਸੈਸ਼ਨ, ਉਹ ਪਹਿਲੇ ਦਿਨ ਦਾ ਸੈਸ਼ਨ ਜਿਹੜਾ ਹੈ ਉਹ ਕੱਲ੍ਹ ਵਾਸਤੇ ਜਿਹੜਾ ਹੈ ਉਹ ਮੁਅੱਤਲ ਕਰ ਦਿੱਤਾ ਗਿਆ। ਕੱਲ੍ਹ ਸਵੇਰੇ ਫਿਰ 11 ਵਜੇ ਜਿਹੜਾ ਸੈਸ਼ਨ ਜਿਹੜਾ ਹੈ ਲੱਗੇਗਾ ਅੱਜ। ਪਰ ਅੱਜ ਕੈਬਨਿਟ ਦੀ ਮੀਟਿੰਗ ਹੋਈ ਸੀਗੀ, ਔਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਖਾਸ ਕਰਕੇ ਮੁੱਖ ਮੰਤਰੀ ਨੇ ਬਾਅਦ 'ਚ ਮੀਡੀਆ ਨਾਲ ਰੂਬਰੂ ਹੋਏ ਸੀ, ਔਰ ਉਹਨਾਂ ਨੇ ਖਾਸ ਕਰਕੇ ਗੱਲ ਕੀਤੀ ਸੀਗੀ ਜਿਹੜਾ ਖਾਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦਾ ਜਿਹੜਾ ਮੁੱਦਾ ਹੈਗਾ ਉਹਨੂੰ ਲੈ ਕੇ ਬਹੁਤ ਸਾਰੀਆਂ ਜਿਹੜੇ ਚੈਨਲਸ ਨੇ ਉਹਨਾਂ ਨੂੰ ਦੇਣ ਦਾ, ਕਿ ਇੱਕ ਤੋਂ ਵੱਧ ਚੈਨਲ, ਕਿਉਂਕਿ ਇਹ ਉਹਨਾਂ ਦਾ ਕਹਿਣਾ ਕਿ ਇੱਕ ਹੀ ਚੈਨਲ ਜਿਹੜਾ ਹੈਗਾ ਉਹਨੂੰ ਚਲਾ ਰਿਹਾ, ਪਰ ਜਿਹੜਾ ਉਹ ਸਾਰੇ ਚੈਨਲ ਨੂੰ ਫ੍ਰੀ ਟੂ ਏਅਰ ਹੋਣਾ ਚਾਹੀਦਾ ਹੈ। ਇਸ ਨੂੰ ਲੈ ਕੇ ਅੱਜ ਕੈਬਨਿਟ ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਰਾਏ ਮਸ਼ਵਰਾ ਕੀਤਾ, ਇਸ ਚੀਜ਼ ਨੂੰ ਲੈ ਕੇ ਆਏ ਇਸ ਬਿੱਲ ਨੂੰ, ਔਰ ਕੱਲ੍ਹ 20 ਤਰੀਕ ਨੂੰ ਇਹ ਬਿੱਲ ਜਿਹੜਾ ਹੈ ਵਿਧਾਨ ਸਭਾ ਦੇ ਵਿੱਚ, ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆਇਆ ਜਾਏਗਾ ਔਰ ਉਸ ਨੂੰ ਪਾਸ ਕੀਤਾ ਜਾਏਗਾ। ਪਰ ਉਸ ਨੂੰ ਲੈ ਕੇ ਵੱਖ-ਵੱਖ ਵਿਚਾਰਾਂ ਨੇ ਸਭ ਦੀਆਂ, ਔਰ ਜਿੱਥੋਂ ਤੱਕ ਅਸੀਂ ਗੱਲ ਕਰੀਏ ਕਿ ਬੜੇ ਸਾਫ਼ ਗੋਈ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈਗਾ ਕਿ ਗੁਰਬਾਣੀ ਜਿਹੜਾ ਫ੍ਰੀ ਟੂ ਏਅਰ ਹੋਣੀ ਚਾਹੀਦੀ ਹੈ, ਸਭ ਦੇ ਸੁਣਨ ਲਈ ਹੋਣੀ ਚਾਹੀਦੀ ਹੈ, ਸਾਰੇ ਚੈਨਲ ਨੂੰ ਅਧਿਕਾਰ ਹੋਣੇ ਚਾਹੀਦੇ ਹੈ, ਇਕੱਲੇ ਇੱਕ ਚੈਨਲ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇੱਕ ਹੀ ਚੈਨਲ ਜਿਹੜਾ ਇਸ ਦਾ ਪ੍ਰਸਾਰਣ
ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਡੈਫੀਨੇਟਲੀ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਹੋਣਗੇ ਉਹਨਾਂ ਨੂੰ ਅਸੀਂ ਤੈਅ ਕਰਾਂਗੇ ਕਿ ਗੁਰਬਾਣੀ ਤੋਂ ਪਹਿਲਾਂ ਅੱਧਾ ਘੰਟਾ ਐਡਵਰਟੀਜ਼ਮੈਂਟ ਕਿਸੇ ਵੀ, ਚਾਹੇ YouTube ਹੋਵੇ, ਚਾਹੇ ਰੇਡੀਓ ਹੋਵੇ, ਚਾਹੇ TV ਹੋਵੇ, ਉਸ 'ਤੇ ਨਹੀਂ ਚੱਲਣਾ ਚਾਹੀਦਾ ਔਰ ਨਾ ਹੀ ਉਸ ਦੇ ਅੱਧਾ ਘੰਟਾ ਬਾਅਦ ਵੀ ਚੱਲਣਾ ਚਾਹੀਦਾ। ਉਹਨਾਂ ਨੇ ਕਿਹਾ ਰੇਡੀਓ ਵੀ, ਕਿਉਂਕਿ ਲੋਕ ਸੁਣਦੇ ਨੇ ਔਰ ਰੇਡੀਓ ਸੁਣਨ 'ਤੇ ਵੀ ਜਿਹੜਾ ਹੈਗਾ ਉਹ ਬਾਹਰ ਲੋਕ ਸੁਣ ਸਕਦੇ ਨੇ ਔਰ ਉਸ 'ਤੇ ਗੁਰਬਾਣੀ ਵਿਚਾਰ ਸੁਣ ਸਕਦੇ ਨੇ, ਪਰ ਅਸੀਂ ਸ਼ਰਤਾਂ ਦੇ ਨਾਲ ਲੈ ਕੇ ਆਵਾਂਗੇ। ਪਰ ਉਹ ਕਹਿੰਦੇ ਕਿ ਕਿਉਂ ਜਿਹੜੇ ਆਲਰੇਡੀ ਕਰ ਰਹੇ ਨੇ ਪ੍ਰਸਾਰਣ, ਜਿਹੜਾ ਚੈਨਲ ਉਹ ਆਲਰੇਡੀ ਕਰੇ, ਕੋਈ ਪ੍ਰੋਬਲਮ ਨਹੀਂ ਹੈ, ਪਰ ਘੱਟੋ ਘੱਟ ਬਾਕੀ ਚੈਨਲਸ ਨੂੰ ਵੀ ਅਧਿਕਾਰ ਜਿਹੜਾ ਇਸ ਦਾ ਦਿੱਤਾ ਜਾਣਾ ਚਾਹੀਦਾ। ਅੱਜ ਵਿਧਾਨ ਸਭਾ ਦਾ ਪਹਿਲਾ ਦਿਨ ਸੀਗਾ, 19 ਔਰ 20 ਦੋ ਰੋਜ਼ਾ ਵਿਧਾਨ ਸਭਾ ਸੈਸ਼ਨ ਜਿਹੜਾ ਉਹ ਲੱਗਣਾ ਹੈਗਾ, ਪਰ ਉਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸੈਸ਼ਨ ਹੈਗਾ ਇਹ ਵੀ ਥੋੜੀ ਇਸ ਕਰਕੇ ਇਸ ਦੇ ਸੋਚ ਵਿਚਾਰ ਆ ਰਿਹਾ ਕਿਉਂਕਿ ਅੱਜ ਬਿਜ਼ਨਸ ਕਮੇਟੀ ਦੀ ਜਿਹੜੀ ਸੀਗੀ ਉਹ ਮੀਟਿੰਗ ਵੀ ਹੋਈ ਹੈ, ਉਹਦੇ ਵਿੱਚ ਕਿਹੜੇ ਕਿਹੜੇ ਏਜੰਡੇ ਕੀ ਚੀਜ਼ਾਂ ਲਿਆਈਆਂ ਜਾਣਗੀਆਂ ਉਹ ਅੱਜ ਤੈਅ ਕੀਤਾ ਜਾਏਗਾ। ਬਟ ਉਮੀਦ ਕੀਤੀ ਜਾ ਰਹੀ ਸੀ ਕਿ ਜਿਹੜਾ ਸੈਸ਼ਨ ਹੈਗਾ ਪਹਿਲੇ ਦਿਨ ਦਾ ਉਸ 'ਤੇ ਆਏਗਾ, ਕਿਉਂਕਿ ਤੁਹਾਨੂੰ ਦੱਸ ਦਈਏ ਕੁਝ ਦਿਨ ਪਹਿਲੇ ਹੀ ਕਾਂਗਰਸ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਪ੍ਰਤਾਪ ਬਾਜਵਾ, ਉਹਨਾਂ ਨੇ ਕਿਹਾ ਸੀਗਾ ਕਿ ਸ਼ਰਧਾਂਜਲੀਆਂ ਤੋਂ ਬਾਅਦ ਅਸੀਂ ਲੋਟਸ ਜਿਹੜਾ ਆਪਰੇਸ਼ਨ ਲੋਟਸ ਦਾ ਇੱਕ ਪਿਛਲੀ ਵਾਰ ਜਿਸ ਤੇ ਬਹੁਮਤ ਦਿੱਤਾ ਸੀਗਾ, ਖਾਸ ਕਰਕੇ ਆਮ ਆਦਮੀ ਪਾਰਟੀ ਨੇ ਸਾਬਿਤ ਕੀਤਾ ਸੀਗਾ ਵਿਧਾਨ ਸਭਾ ਦੇ ਵਿੱਚ, ਉਹਦੇ ਬਾਰੇ ਜ਼ਰੂਰ ਪੁੱਛਤਾਛ ਕਰਾਂਗੇ, ਪੁੱਛਾਂਗੇ ਹਾਊਸ ਨੂੰ ਕਿ ਉਹਦੇ 'ਚ ਐਕਸ਼ਨ ਟੇਕਨ ਰਿਪੋਰਟ ਜਿਹੜੀ ਹੈਗੀ ਉਹਦੇ ਬਾਰੇ 'ਚ ਕੀ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅੱਜ ਹੋਣੀਆਂ ਸੀ, ਅੱਜ ਇਜਲਾਸ ਦਾ ਪਹਿਲੇ ਦਿਨ ਜਿਹੜਾ ਉਹ ਸੈਸ਼ਨ ਚੱਲਦਾ, ਬਟ ਸਪੀਕਰ ਸਾਹਿਬ ਜਦੋਂ ਆਏ ਔਰ ਉਹਨਾਂ ਨੇ ਜਦੋਂ ਇਜਲਾਸ ਦੀ ਸ਼ੁਰੂਆਤ ਕੀਤੀ ਤੇ ਸ਼ਰਧਾਂਜਲੀਆਂ ਜਿਹੜੀਆਂ ਦਿੱਤੀਆਂ ਗਈਆਂ, ਇੱਕ ਲੰਬੀ ਲਿਸਟ ਸੀਗੀ ਜਿਹਦੇ ਵਿੱਚ ਹੁਣੀ ਸਾਬਕਾ CM ਜਿਹੜੇ ਰਹਿ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਹਾਲ ਦੇ ਵਿੱਚ ਹੀ ਇਸ ਫਾਨੀ ਸੰਸਾਰ ਨੂੰ ਰੁਖਸਤ ਕਰ ਗਏ ਨੇ, ਉਹਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਬਾਕੀ ਸਾਰੀਆਂ ਦੇ ਸਾਰੇ ਲੋਕਾਂ ਨੂੰ ਵੀ ਜਿਹੜੇ ਕਿ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਹਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੜੇ ਹੋ ਕੇ ਅਸਾਮ ਦਾ ਜ਼ਿਕਰ ਕੀਤਾ ਜਿੱਥੇ ਇੱਕ ਟ੍ਰੇਨ ਹਾਦਸਾ ਹੋਇਆ ਸੀ ਔਰ 300 ਲੋਕਾਂ ਦੀ ਉਹਦੇ ਵਿੱਚ ਮੌਤ ਹੋ ਗਈ ਹੈ, ਫੌਤ ਹੋ ਗਏ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਇਸ ਸ਼ਰਧਾਂਜਲੀਆਂ ਦੀ ਲਿਸਟ ਦੇ ਵਿੱਚ ਜਾਰੀ ਜ਼ਰੂਰ ਜਿਹੜਾ ਹੈ ਸ਼ਮੂਲੀਅਤ ਉਹਨਾਂ ਦੀ ਕੀਤੀ ਜਾਣੀ ਚਾਹੀਦੀ ਹੈ ਤੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਨੂੰ ਜਿਹੜਾ ਹੈਗਾ ਸਪੀਕਰ ਸਾਹਿਬ ਨੇ ਅਲਾਉ ਕਰ ਦਿੱਤਾ ਸੀਗਾ। ਤੁਹਾਨੂੰ ਦੱਸ ਦਈਏ ਕਿ ਇਹ ਅੱਜ ਦਾ ਜਿਹੜਾ ਇਜਲਾਸ ਸੀਗਾ ਅੱਜ ਸਿਰਫ ਸ਼ਰਧਾਂਜਲੀਆਂ ਦੇ ਬਾਅਦ ਹੀ ਹੈ। ਕੱਲ ਤੱਕ ਜਿਹੜਾ ਉਹ ਹਾਊਸ ਜਿਹੜਾ ਚੁੱਕ ਦਿੱਤਾ ਗਿਆ ਔਰ ਕੱਲ 11 ਵਜੇ ਫਿਰ ਇਜਲਾਸ ਦਾ ਦੂਸਰਾ ਦਿਨ ਜਿਹੜਾ ਉਹ ਵਿਧਾਨ ਸਭਾ ਦਾ ਉਹ ਲੱਗੇਗਾ। ਵੀ ਸਾਡੇ ਨਾਲ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਇਜਲਾਸ ਦਾ ਪਹਿਲਾ ਦਿਨ ਸੀਗੇ, ਆਏ ਸ਼ਰਧਾਂਜਲੀਆਂ ਭੇਂਟ ਕਰਕੇ ਜਾ ਰਹੇ ਆ। ਸਰ ਸ਼ਰਧਾਂਜਲੀ ਭੇਂਟ ਕਰਕੇ ਜਾ ਰਹੇ ਹੋ ਏਜੰਡੇ ਤੇ, ਕਿਉਂਕਿ 2 ਦਿਨਾਂ ਦਾ ਇਜਲਾਸ ਸੀਗਾ। ਇਹਨਾਂ ਦਾ ਏਜੰਡਾ ਕੋਈ ਨਹੀਂ ਹੈ, ਇਹ ਸਿਰਫ ਇਵੈਂਟ ਕ੍ਰੀਏਟ ਕਰਦੇ ਆ। ਇਵੈਂਟ ਕ੍ਰੀਏਟ ਕਰਕੇ 5-7 ਦਿਨ ਦਾ ਮਟੀਰੀਅਲ ਤਿਆਰ ਕਰਦੇ ਆ। ਪਿਛਲੀ ਵਾਰੀ ਜਿਹੜਾ ਲੋਟਸ ਆਪਰੇਸ਼ਨ ਹੋਇਆ ਸੀ ਜਿਹਦੇ ਤੇ ਸਪੈਸ਼ਲ ਸੈਸ਼ਨ ਸੱਦਿਆ ਸੀ, ਤੁਸੀਂ ਮੈਨੂੰ ਦੱਸ ਦਿਓ ਵੀ ਉਹਦਾ ਕੋਈ ਆਊਟਕਮ ਹੋਇਆ ਹੋਵੇ। ਇਹਨਾਂ ਦੇ 2 ਵਿਧਾਇਕ ਈਵਨ ਕਿ ਆਪਣੇ ਬਿਆਨ ਵੀ ਦਰਜ ਕਰਾ ਕੇ ਆਏ ਸੀ ਵਿਜੀਲੈਂਸ ਦੇ ਹੈੱਡਕੁਆਟਰ, ਉਹਦਾ ਅੱਜ ਤੱਕ ਕੁਝ ਹੋਇਆ। ਜੇ ਇਹਨਾਂ ਨੇ ਕੁਝ ਕਰਨਾ ਹੋਵੇ ਫਿਰ ਏਜੰਡੇ ਦੀ ਜ਼ਰੂਰਤ ਹੁੰਦੀ ਹੈ, ਵੈਸੇ ਏਜੰਡੇ ਦੀ ਜ਼ਰੂਰਤ ਹੀ ਨਹੀਂ ਹੈ। ਵੈਸੇ ਤਾਂ ਸਿਰਫ ਇਵੈਂਟ ਕ੍ਰੀਏਟ ਕਰ, ਕਿਉਂਕਿ ਅਸਲੀ ਗੱਲ ਹੈ ਮੀਡੀਆ ਇਹਨਾਂ ਨੇ ਕੰਟਰੋਲ ਕਰ ਲਿਆ। ਕੁਝ ਚੈਨਲ ਜਾਂ ਕੁਝ ਹਾਊਸਸ ਰਹਿ ਗਏ ਆ, ਬਾਕੀ ਸਾਰੇ ਲਗਭਗ ਸਰੈਂਡਰ ਕਰ ਗਏ। ਸੋ ਇਸ ਪਰ ਪੰਜਾਬ ਇਦਾਂ ਦਾ ਹੈ ਨਹੀਂ, ਪੰਜਾਬ ਬਾਉਂਸ ਬੈਕ ਕਰਦਾ, ਕਿਉਂਕਿ ਬਹੁਤ ਮੈਂ ਚੈਨਲ ਦੇਖਦਾ, ਬਹੁਤ ਯੂਟਿਊਬਰ ਦੇਖਦਾ ਜਿਹੜੇ ਸੰਘਰਸ਼ ਦੇ ਵਿੱਚੋਂ ਨਿਕਲੇ ਸੀ, ਚੰਗੇ ਮੁੰਡੇ, ਚੰਗੇ ਪੱਤਰਕਾਰ, ਇਹ ਮੁੜ ਕੇ ਫਿਰ ਬਾਉਂਸ ਬੈਕ ਕਰਨਗੇ। ਪੰਜਾਬੀ ਬਾਉਂਸ ਬੈਕ ਕਰਦਾ ਜ਼ਰੂਰ ਆ, ਪੰਜਾਬ ਨੂੰ ਇਦਾਂ ਨਹੀਂ ਦਬਾਇਆ ਜਾ ਸਕਦਾ। ਹਾਂ, ਇਹ ਜਿਹੜੇ ਚੰਗੇ ਚੈਨਲ ਹੈਗੇ ਆ ਇਹ ਬੰਦ ਹੋਣਗੇ ਆਉਣ ਵਾਲੇ ਸਮੇਂ 'ਚ, ਕਿਉਂਕਿ ਇਹਨਾਂ ਦੀ TRP ਰਹਿਣੀ ਨਹੀਂ ਹੈ, ਕਿਉਂਕਿ ਜੋ ਥੱਲੇ ਹੋ ਰਿਹਾ ਉਹ ਤਾਂ ਇਹ ਦਿਖਾਉਂਦੇ ਹੀ ਨਹੀਂ ਹੈ। ਜੋ ਮੋਦੀ ਸਰਕਾਰ ਕਰਦੀ ਸੀ ਉਹੀ ਇਹ ਕਰਦੀ ਆ। ਇਹ ਉਹਨਾਂ ਦੀ ਬਿਲਕੁਲ B ਟੀਮ ਆ, ਮੈਂ ਕਨਫਰਮ ਹਾਂ ਇਸ ਗੱਲ ਲਈ। ਸਰ ਪਰ ਅੱਜ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਹੈ ਉਹਦੇ ਬਾਅਦ ਰੂਬਰੂ ਹੋਏ ਨੇ ਮੀਡੀਆ ਨੂੰ, ਖਾਸ ਕਰਕੇ CM, ਉਹਨਾਂ ਨੇ ਕਿਹਾ ਕਿ ਜਿਹੜਾ ਗੁਰਬਾਣੀ ਨੂੰ ਲੈ ਕੇ ਉਹ ਐਕਟ ਜਿਹੜਾ ਲੈ ਕੇ ਆ ਰਹੇ ਨੇ, ਬਿੱਲ ਪਾਸ ਕਰਨਗੇ ਇੱਕ ਵਿਧਾਨ ਸਭਾ 'ਚ ਕੱਲ ਲੈ ਕੇ ਆਉਣਗੇ ਐਕਟ 'ਚ ਜਿਹੜਾ ਇੱਕ ਐਡੀਸ਼ਨ ਕਰਨੀ ਹੈ ਉਹਨਾਂ ਨੇ। ਉਹਦੇ ਨਾਲ ਉਹਨਾਂ ਨੇ ਕਿਹਾ ਜਦ ਮੈਂ ਇੱਕ ਹੀ ਚੈਨਲ ਦਾ ਗਲਬਾ ਸੀਗਾ ਤੇ ਉਹ ਸਾਰਿਆਂ ਨੂੰ ਫ੍ਰੀ ਟੂ 에ਅਰ ਹੋਣਾ ਚਾਹੀਦਾ ਤੇ ਮੈਂ ਕਿਹੜਾ ਮਨਾ ਕਰ ਰਿਹਾ। ਕਹਿੰਦੇ ਮੈਂ ਤਾਂ ਕੋਈ ਮਨਾ ਨਹੀਂ ਨਾ ਕਰ ਰਿਹਾ, ਸਾਰੇ ਦੇ ਸਾਰੇ ਚੈਨਲਸ ਤੁਸੀਂ ਵੀ ਆਉਂਦੇ ਹੋ, ਬੈਠੇ ਹੋ। ਦੇਖੋ ਗੱਲਾਂ 'ਚ ਇਹਨੂੰ ਕੋਈ ਜਿੱਤ ਨਹੀਂ ਸਕਦਾ। ਦੇਖੋ ਮੈਂ ਤਾਂ ਬੜੀ ਸਿੰਪਲ ਜੀ ਗੱਲ ਕਰਦਾ, 1925 ਦੇ ਵਿੱਚ ਜਿਹੜਾ ਐਕਟ ਬਣਿਆ ਸੀ ਉਦੋਂ ਇਦਾਂ ਦੀਆਂ ਪ੍ਰੋਵੀਜ਼ਨਸ ਨਹੀਂ ਸੀਗੀਆਂ, ਨਾ ਇਦਾਂ ਦੀ ਟੈਕਨੋਲੋਜੀ ਸੀ। ਮੈਨੂੰ ਤਾਂ ਲੱਗਦਾ SGPC ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਜਿਹੜੇ ਸਿੱਖ ਇੰਟੈਲੈਕਚੁਅਲਸ ਹੈਗੇ ਆ ਔਰ ਟੈਕਨੋਲੋਜੀ ਨੂੰ ਸਮਝਦੇ ਆ।
ਵੀ ਇਹਨੂੰ ਹੋਰ ਵਾਈਡਰ ਕਿੱਦਾਂ ਸਪਰੈਡ ਕੀਤਾ ਜਾ ਸਕਦਾ ਤਾਂ ਕਿ ਸਭ ਨੂੰ ਜਿਹੜੀ ਆ ਅਪਰਚੁਨਿਟੀ ਵੀ ਮਿਲ ਜਾਵੇ। ਪਰ ਇਹ ਨਾ ਹੋਵੇ ਕਈ ਚੈਨਲ ਹੁਣ ਆਪਾਂ ਦੇਖਦੇ ਹਾਂ ਕਈ ਵਾਰੀ ਚੈਨਲ ਜਿਹੜਾ ਲਾਈਵ ਹੁੰਦਾ ਔਰ ਉਹਦੇ ਵਿੱਚ ਕਈ ਐਡ ਸ਼ੁਰੂ ਹੋ ਜਾਂਦੀਆਂ ਜੀ ਕਿਉਂਕਿ ਇਹਦਾ ਨੁਕਸਾਨ ਵੀ ਹੋ ਸਕਦਾ। ਅਸੀਂ ਬਾਰੇ ਤਾਂ ਸੀਐਮ ਨੇ ਕਿਹਾ, ਕਹਿੰਦੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਅੱਧਾ ਘੰਟਾ ਪਹਿਲੇ ਚਾਹੇ ਆਡੀਓ ਰੇਡੀਓ ਹੋਵੇ ਚਾਹੇ ਟੀਵੀ ਹੋਵੇ ਚਾਹੇ ਕੁਝ ਹੋਵੇ। ਇਹ ਤਾਂ ਸੈਂਟਰਲ ਐਕਟ ਆ। ਜਿਹੜੇ ਦੂਸਰੇ ਸੂਬਿਆਂ ਦੇ ਮੈਂਬਰ ਹੈਗੇ ਆ ਉਹਨਾਂ ਦਾ ਆਪਾਂ ਕੀ ਕਰਾਂਗੇ? ਇਹ ਕਿਉਂ ਸੈਂਟਰਲ ਐਕਟ ਬਣਾਇਆ ਗਿਆ ਸੀ? ਕਿਉਂਕਿ ਇੱਕ ਤੋਂ ਵੱਧ ਸਟੇਟਾਂ ਇਹਦੇ ਵਿੱਚ ਇਨਵੋਲਵ ਸੀ। ਪਰ ਹਰਿਆਣਾ ਗੁਰਦੁਆਰਾ ਕਮੇਟੀ ਦੀ ਜਾਂ ਬਾਕੀ ਚੀਜ਼ਾਂ ਦੀ ਵੀ ਉਹ ਉਦਾਹਰਨ ਦਿੰਦੇ ਨੇ ਕਿ ਉਹ ਵੀ ਤਾਂ ਬਣਾ ਦਿੱਤੀਆਂ। ਪਰ ਜਦੋਂ ਇਹ ਐਸਜੀਪੀਸੀ ਦੀ ਗੱਲ ਆਉਂਦੀ ਆ ਉਹਦੇ ਵਿੱਚ ਯੂਟੀ ਦਾ ਵੀ ਮੈਂਬਰ ਹੈ, ਉਹਦੇ ਵਿੱਚ ਹਿਮਾਚਲ ਦਾ ਵੀ ਮੈਂਬਰ ਹੈ। ਫਿਰ ਉਹਨਾਂ ਦੀ ਰਾਏ ਦਾ ਕੀ ਹੋਊਗਾ? ਉਹਨਾਂ ਦਾ ਜਨਰਲ ਹਾਊਸ ਕਿਵੇਂ ਪਾਸ ਕਰ ਸਕਦਾ? ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਜਨਰਲ ਹਾਊਸ ਨੂੰ ਕੌਨਫੀਡੈਂਸ ਦੇ ਵਿੱਚ ਤਾਂ ਲਾਓਗੇ ਜੀ ਤੇ ਫਿਰ ਜਦੋਂ ਉਹਨੂੰ ਲਾਓਗੇ ਤਾਂ ਫਿਰ ਹਿਮਾਚਲ 'ਚ ਕਿਵੇਂ ਹੋ ਜਾਊਗਾ ਤੇ ਯੂਟੀ 'ਚ ਕਿਵੇਂ ਹੋ ਜਾਊਗਾ? ਅਸੀਂ ਅਨਨੈਸੈਸਰਲੀ ਕਿਸੇ ਚੀਜ਼ ਨਾਲ ਮੱਥਾ ਲਾ ਰਹੇ ਹਾਂ। ਤੁਸੀਂ ਐਸਜੀਪੀਸੀ ਨੂੰ ਬੁਲਾਓ, ਉਹਨਾਂ ਨੂੰ ਕਹੋ ਤੁਸੀਂ ਇਦਾਂ ਦਾ ਕੰਮ ਕਰ ਲਓ। ਸਰ ਐਕਟਿੰਗ ਜਥੇਦਾਰ ਜਿਹੜੇ ਹਰਪ੍ਰੀਤ ਸਿੰਘ ਸੀਗੇ ਉਹਨਾਂ ਨੇ ਕਿਹਾ ਸੀ ਆਪਣਾ ਚੈਨਲ ਲੈ ਕੇ ਆਓ, ਉਸ ਕਰਕੇ ਹੀ ਕਿਹਾ ਜਾ ਰਿਹਾ ਹੈ ਕਿੱਥੋਂ ਤੱਕ ਕਿ ਉਹਨਾਂ ਨੂੰ ਹਟਾ ਦਿੱਤਾ ਗਿਆ। ਉਹਨਾਂ ਨੇ ਕਿਹਾ ਸੀ ਐਸਜੀਪੀਸੀ ਨੂੰ ਕਿਹਾ ਸੀ ਆਪਣਾ ਚੈਨਲ ਜਿਹੜਾ ਤੁਸੀਂ ਲਿਆਓ ਪ੍ਰਸਾਰਣ ਵਾਸਤੇ। ਮੈਂ ਤਾਂ ਇਹਦੇ ਵਿੱਚ ਪੋਲਿਟਿਕਸ 'ਚ ਨਹੀਂ ਪੈਣਾ ਚਾਹੁੰਦਾ। ਮੈਂ ਤਾਂ ਬੇਸਿਕਲੀ ਜਿਹੜਾ ਸਿੱਖ ਇਸ਼ੂਜ਼ ਹੈਗੇ ਆ, ਕਿਉਂਕਿ ਜਿਹੜਾ ਸਾਡੀ ਧਾਰਮਿਕ ਮਰਿਆਦਾ, ਕਿਉਂਕਿ ਟੈਕਨੋਲੋਜੀ ਬਹੁਤ ਵਾਈਡ ਸਪਰੈਡ ਆ, ਅਸੀਂ ਚੰਗਾ ਕਰਦੇ ਕਰਦੇ ਕਿਤੇ ਮਾੜਾ ਨਾ ਕਰ ਬੈਠੀਏ। ਇਹਦੇ ਵਿੱਚ ਸਾਨੂੰ ਉਸ ਤਰ੍ਹਾਂ ਦੇ ਇੰਟੈਲੈਕਚੁਅਲਸ ਲੈ ਕੇ ਜਿਹੜੇ ਟੈਕਨੋਲੋਜੀ ਨੂੰ ਵੀ ਚੰਗੀ ਤਰ੍ਹਾਂ ਜਾਣ ਸਕਦੇ ਹੋਣ, ਉਹਨਾਂ ਦੀ ਡਿਸਕਸ਼ਨ ਤੋਂ ਬਾਅਦ ਜੋ ਆਊਟਕਮ ਹੋਵੇ ਐਸਜੀਪੀਸੀ ਨੂੰ ਉਹਦੀ ਇੰਪਲੀਮੈਂਟੇਸ਼ਨ ਕਰ ਦੇਣੀ ਚਾਹੀਦੀ। ਸਰ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਪ੍ਰਤਾਪ ਬਾਜਵਾ, ਉਹਨਾਂ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ 'ਚ ਕਿਹਾ ਸੀ ਕਿ ਇਸ ਦੇ ਫਸਟ ਡੇ ਜਦੋਂ ਓਬਿਚੁਰੀਜ਼ ਦੇ ਬਾਅਦ ਹੀ ਅਸੀਂ ਐਕਸ਼ਨ ਟੇਕਨ ਰਿਪੋਰਟ ਮੰਗਾਂਗੇ ਲੋਟਸ ਆਪਰੇਸ਼ਨ ਤੇ ਓਬਿਚੁਰੀਜ਼ ਦੇ ਬਾਅਦ ਤਾਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਅੱਜ ਦਾ ਪਹਿਲੇ ਦਿਨ ਦਾ ਦੋ ਰੋਜ਼ਾ ਜਿਹੜਾ ਹੈਗਾ ਉਹ ਚੱਕ ਦਿੱਤਾ ਗਿਆ ਕੱਲ 11 ਵਜੇ ਤੱਕ। ਤੁਸੀਂ ਕਿਵੇਂ ਦੇਖਦੇ ਹੋ? ਇਹ ਵੀ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਡਿਸਕਸ ਹੋਈਆਂ ਕਿਉਂਕਿ ਬਿਜ਼ਨਸ ਐਡਵਾਈਜ਼ਰੀ ਡਿਸਕਸ਼ਨ ਤਾਂ ਇਹ ਕਰਨਾ ਹੀ ਨਹੀਂ ਚਾਹੁੰਦੇ। ਇਹ ਤਾਂ ਇਵੈਂਟ ਕ੍ਰੀਏਟ ਕਰਦੇ ਆ, ਤੁਹਾਡੇ ਲੋਕਾਂ ਦੀ 5-7 ਦਿਨਾਂ ਦਾ ਮਟੀਰੀਅਲ ਕ੍ਰੀਏਟ ਕਰਦੇ ਹੈਗੇ। ਹੋਰ ਇਹਨਾਂ ਦਾ ਕੋਈ ਏਜੰਡਾ ਨਹੀਂ ਹੈ। ਤੁਸੀਂ ਮੈਨੂੰ 16 ਮਹੀਨਿਆਂ ਦਾ ਇਹਨਾਂ ਦਾ ਕੋਈ ਏਜੰਡਾ ਇੰਪਲੀਮੈਂਟ ਹੋਇਆ ਹੋਵੇ ਉਹ ਦੇਖਦੇ ਹੋ ਗਰਾਊਂਡ ਲੈਵਲ 'ਤੇ, ਕਿਉਂਕਿ ਇਹ ਏਜੰਡਾ ਇੰਪਲੀਮੈਂਟ ਕਰਨ ਵਾਲੇ ਨਹੀਂ ਹੈਗੇ। ਇਹ ਤਾਂ ਸਿਰਫ ਮੀਡੀਆ ਤੇ, ਕਿਉਂਕਿ ਇਹਨਾਂ ਨੂੰ ਪਤਾ ਵੀ ਜੋ ਅਸੀਂ ਕਹਿ ਰਹੇ ਹਾਂ ਉਹੋ ਹੀ ਗਾਂਹ ਜਾ ਰਿਹਾ ਹੈਗਾ, ਬਾਕੀ ਤਾਂ ਕੁਝ ਜਾ ਹੀ ਨਹੀਂ ਰਿਹਾ। ਕੱਲ 11 ਵਜੇ ਫੇਰ ਲੱਗੇਗਾ ਸੈਸ਼ਨ ਦੂਜਾ, ਤੇ ਕੋਈ ਪਲੈਨਿੰਗ ਕੀਤੀ ਹੈ ਕਾਂਗਰਸ ਨੇ ਕੱਲ ਕੀ ਕਰਨਾ ਹੈ? ਉਹਨੂੰ ਬੈਠ ਕੇ ਡਿਸਕਸ ਕਰਾਂਗੇ, ਉਹਦੇ ਤੋਂ ਬਾਅਦ ਜ਼ਰੂਰ ਉਹਦੇ ਤੇ ਐਕਟ ਕਰਾਂਗੇ। ਥੈਂਕ ਯੂ। ਸਾਡੇ ਨਾਲ ਸੀਗੇ ਵਿਧਾਇਕ ਪ੍ਰਗਟ ਸਿੰਘ ਜਿਹੜੇ ਜਲੰਧਰ ਕੈਂਟ ਤੋਂ ਨੇ। ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਖਾਸ ਕਰਕੇ ਵਿਧਾਨ ਸਭਾ ਦੇ ਪਹਿਲੇ ਇਜਲਾਸ ਤੇ ਉਹਨਾਂ ਨੇ ਖਾਸ ਤੌਰ ਤੇ ਇਸ ਗੱਲ ਨੂੰ ਅੱਗੇ ਰੱਖਿਆ। ਕਹਿੰਦੇ ਕਿ ਵਿਧਾਨ ਸਭਾ ਦੇ ਸੈਸ਼ਨ ਜਿਹੜੇ ਨੇ ਉਹ ਬੁਲਾਏ ਜਾਂਦੇ ਨੇ ਪਰ ਉਹ ਇਵੈਂਟ ਕ੍ਰੀਏਟ ਹੁੰਦਾ ਹੈ, ਹੋਰ ਇਸ ਤੋਂ ਇਲਾਵਾ ਕੁਝ ਨਹੀਂ। ਤੇ ਉਹਨਾਂ ਨੇ ਬੜੇ ਹੀ ਤਿੱਖੇ ਅੰਦਾਜ਼ ਦੇ ਵਿੱਚ ਕਿਹਾ ਕਿ ਜੇ ਗੁਰਬਾਣੀ ਤੇ ਵੀ ਜਿਹੜਾ ਐਕਟ ਦੇ ਵਿੱਚ ਸੋਧ ਜਾਂ ਐਡੀਸ਼ਨ ਕੀਤੀ ਜਾ ਰਹੀ ਹੈ, ਮਤਾ ਲੈ ਕੇ ਆਂਦਾ ਜਾ ਰਿਹਾ ਵਿਧਾਨ ਸਭਾ ਦੇ ਵਿੱਚ, ਉਹਦੇ ਵਿੱਚ ਵੀ ਕੋਈ ਐਸੀ ਗੱਲ ਨਾ ਹੋ ਜਾਏ ਜਿਹੜੇ ਕਿ ਸਿੱਖ ਜਿਹੜੇ ਮੱਤ ਵਾਲੇ ਲੋਕ ਨੇ ਉਹਨਾਂ ਨੂੰ ਕਿਤੇ ਕਿਸੇ ਤਰੀਕੇ ਦੀ ਮਤਲਬ ਕਿ ਉਹਦੀ ਮਰਿਆਦਾ ਦਾ ਧਿਆਨ ਜਿਹੜਾ ਉਹ ਨਾ ਕੀਤਾ ਜਾਵੇ, ਕਿਉਂਕਿ ਨਾ ਕਰਦੇ ਕਿਤੇ ਨਾ ਕਿਤੇ ਐਸਜੀਪੀਸੀ ਨੂੰ ਹੀ ਅੱਗੇ ਆ ਕੇ ਇਸ ਚੀਜ਼ ਦਾ ਫੈਸਲਾ ਲੈਣਾ ਚਾਹੀਦਾ। ਪਰ ਉਹਦੇ ਨਾਲ ਹੀ ਜਿੱਥੇ ਮੁੱਖ ਮੰਤਰੀ ਦੀ ਗੱਲ ਕਰੀਏ ਤੇ ਉਹਨਾਂ ਨੇ ਅੱਜ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਹੁਤ ਸਪਸ਼ਟ ਕੀਤਾ ਕਿ ਪੂਰੇ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਏਗਾ ਔਰ ਖਾਸ ਕਰਕੇ ਜਿੱਥੋਂ ਤੱਕ ਐਡਵਰਟਾਈਜ਼ਮੈਂਟ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਚਾਹੇ ਆਡੀਓ ਦੀ ਹੋਵੇ, ਮੀਨਸ ਰੇਡੀਓ ਹੋਏ ਜਾਂ ਟੀਵੀ ਹੋਏ, ਉਸ ਦੇ ਬਾਵਜੂਦ ਵੀ ਅੱਧਾ ਘੰਟਾ ਪਹਿਲੇ ਔਰ ਅੱਧਾ ਘੰਟਾ ਬਾਅਦ ਵਿੱਚ ਕੋਈ ਵੀ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਅਲਾਉ ਨਹੀਂ ਕੀਤੀ ਜਾਏਗੀ। ਔਰ ਜਿਹੜਾ ਅਮੈਂਡ ਕੀਤਾ ਜਾ ਰਿਹਾ ਖਾਸ ਕਰਕੇ ਜਿਹੜਾ ਪ੍ਰੋਵੀਜ਼ਨ ਬਣਾਇਆ ਜਾ ਰਿਹਾ ਉਸ ਬਿੱਲ ਦੇ ਵਿੱਚ ਇਹ ਵਾਲੇ ਸ਼ਰਤਾਂ ਵੀ ਲਈਆਂ ਜਾਣਗੀਆਂ। ਪਰ ਪ੍ਰਗਟ ਸਿੰਘ ਹੁਣੀ ਕਹਿੰਦੇ ਹੈ ਕਿ ਸਰਕਾਰ ਸੈਸ਼ਨ ਦੇ ਲਈ ਕੋਈ ਏਜੰਡਾ ਨਹੀਂ ਉਹਨਾਂ ਕੋਲ ਕਿਸੇ ਤਰੀਕੇ ਦਾ, ਉਹ ਸਿਰਫ ਇਵੈਂਟ ਕ੍ਰੀਏਟ ਕਰਦੀ ਹੈ। ਵੇਖੋ ਵਿਸ਼ੇਸ਼ ਗੱਲ ਤੁਸੀਂ ਵੇਖੋ, ਗਵਰਨਰ ਸਾਹਿਬ ਨੇ ਜਦੋਂ ਇਹਨਾਂ ਨੂੰ ਸਰਕਾਰ ਕੋਲ ਪੁੱਛਿਆ ਕਿ ਦੱਸੋ ਇਹ ਜਿਹੜਾ ਸੈਸ਼ਨ ਬੁਲਾਉਣਾ ਚਾਹੁੰਦੇ ਹੋ ਤਾਂ ਪਰਪਸ ਕੀ, ਤੇ ਇਹਨਾਂ ਨੇ ਲਿਖ ਕੇ ਉਹਨਾਂ ਨੂੰ ਘਲਾਇਆ ਜੀ ਕਿ ਏਜੰਡਾ, ਉਹਨਾਂ ਨੇ ਪੁੱਛਿਆ ਏਜੰਡਾ ਦੱਸੋ, ਇਹਨਾਂ ਕਿਹਾ ਜੀ BAC ਦੀ ਮੀਟਿੰਗ 'ਚ ਭੁੱਲਰ ਸਾਹਿਬ ਅਸੀਂ ਏਜੰਡਾ ਤੈਅ ਕਰਕੇ ਕਰ ਲਾਂਗੇ। 3 ਵਜੇ ਤੱਕ ਮੈਂ ਆਪਣੇ ਆਫਿਸ ਦੇ ਵਿੱਚ CLP ਆਫਿਸ 'ਚ ਉਡੀਕ ਕਰਦਾ ਰਿਹਾ, ਨਹੀਂ ਤੇ ਹਮੇਸ਼ਾ ਪਰੰਪਰਾਵਾਂ ਇਹ ਨੇ ਸੈਸ਼ਨ ਖਤਮ ਹੁੰਦਿਆਂ ਹੀ BAC ਦੀ ਮੀਟਿੰਗ ਹੁੰਦੀ, ਡਿਸਾਈਡ ਹੁੰਦਾ। ਹੁਣ ਜੇ ਅੱਜ ਦੇ ਦਿਨ ਤੱਕ ਏਜੰਡਾ ਹੀ ਹੈ ਨਹੀਂ, ਇਹ ਸੈਸ਼ਨ ਸੱਦਿਆ ਕਿਹੜੇ ਕੰਮ? ਸਾਨੂੰ ਇਹ ਦੱਸੋ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ, ਅਜੇ ਤੱਕ ਮੈਨੂੰ ਨਹੀਂ ਪਤਾ ਤਾਂ ਅਸੀਂ ਪ੍ਰਿਪੇਅਰ ਕੀ ਕਰਾਂਗੇ। ਦੂਜੀ ਗੱਲ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ,
ਜਿੰਨਾ ਚਿਰ ਆਮ ਆਦਮੀ ਪਾਰਟੀ ਆਪੋਜੀਸ਼ਨ 'ਚ ਰਹੀ ਹੈ, ਇਹ ਬਹੁਤ ਵੱਡੇ ਪੈਮਾਨੇ ਤੇ ਕ੍ਰਿਟਿਸਿਜ਼ਮ ਕਰਦੇ ਸੀ ਕਿ ਲੋਕਾਂ ਦੇ ਪੈਸੇ ਨਾਲ ਇਹ ਤਕਰੀਬਨ 1 ਕਰੋੜ ਰੁਪਈਆ ਵਿਧਾਨ ਸਭਾ ਦਾ ਸੈਸ਼ਨ ਤੇ ਰੋਜ਼ ਲੱਗਦਾ। ਮੈਂ ਅੱਜ ਮੌਜੂਦਾ ਸਰਕਾਰ ਨੂੰ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਤੁਸੀਂ ਸੰਧਵਾ ਸਾਹਿਬ ਆਪੋਜੀਸ਼ਨ ਵਿੱਚ ਸੀ ਜਾਂ ਮਾਨ ਸਾਹਿਬ ਦੇ ਰਿਪਰੈਜ਼ੈਂਟੇਟਿਵ ਸਨ, ਕਿਉਂਕਿ ਇਹ ਤੇ ਪਾਰਲੀਮੈਂਟ ਵਿੱਚ ਸਨ, ਸਾਰੇ ਇਹ ਗੱਲ ਕਹਿੰਦੇ ਰਹੇ ਜੀ ਆਬਚਰੀਜ਼ ਜਿੱਦਣ ਤੁਸੀਂ ਅਫਸੋਸ ਪ੍ਰਗਟਾਣਾ ਆਬਚਰੀਜ਼ ਜਿਸ ਅੱਜ ਕੀਤੀਆਂ ਤੇ ਉਸ ਦਿਨ ਨਾਲੋਂ ਨਾਲ ਹੀ ਅੱਧੇ ਘੰਟੇ 'ਚ ਫਰਕ ਹੋ ਕੇ ਸਾਨੂੰ ਬਿਜ਼ਨਸ ਰੱਖਣਾ ਚਾਹੀਦਾ। ਹੁਣ ਅੱਜ ਪੂਰਾ ਦਿਨ ਨਿਹਰਾ ਆਬਚਰੀਜ਼ ਵਾਸਤੇ ਸੱਦਿਆ, ਨਹੀਂ ਤੇ ਇਹ ਕੰਮ ਕੱਲ ਸਵੇਰੇ 10 ਵਜੇ ਕਰਕੇ ਹਾਊਸ ਦਾ ਜਿਹੜਾ ਕਾਰੋਬਾਰ ਹੈ ਫੇਰ 11 ਵਜੇ ਸ਼ੁਰੂ ਕੀਤਾ ਜਾ ਸਕਦਾ। ਸੋ ਇਹ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ। ਨਿਹਰਾ ਇੱਕ ਪਰਸੈਪਸ਼ਨ ਬਿਲਡ ਕਰਨੀ ਹੈ, ਲੋਕਾਂ ਦਾ ਪੈਸਾ ਲਵਾਉਣਾ। ਜਿਸ ਤਰ੍ਹਾਂ ਮੈਂ ਆਪਰੇਸ਼ਨ ਲੋਟਸ ਦੀ ਗੱਲ ਹੀ ਕੀਤੀ, 4 ਦਿਨ ਦਾ ਸੈਸ਼ਨ ਸੱਦਿਆ, ਬੜਾ ਰਾਮ ਰੌਲਾ ਪਾਇਆ, 8-9 ਐਮਐਲਏ ਦੇ ਆਪ ਵਾਲਿਆਂ ਦੇ ਬਿਆਨ ਲਏ ਗਏ, ਵਿਜੀਲੈਂਸ ਵਾਲਿਆਂ ਦੇ ਦਫ਼ਤਰ, 5-6 ਮਿਨਿਸਟਰ ਚੀਮਾ ਸਾਹਿਬ ਸਮੇਤ ਡੀਜੀਪੀ ਗੌਰਵ ਯਾਦਵ ਕੋ ਗਏ, ਬਿਆਨ ਦਿੱਤੇ, ਐਫਆਈਆਰ ਦਰਜ ਹੋ ਗਈ। ਇਹ ਵੀ ਕਹਿ ਦਿੱਤਾ ਹੈ ਕਿ ਭਾਜਪਾ ਦਾ ਕਾਲੇ ਕੋਟ ਵਾਲਾ ਲੰਬਾ ਜਿਹਾ ਬੰਦਾ ਜਿਹੜਾ ਉੱਥੇ ਲੇਕ ਦੇ ਉੱਤੇ ਇਹਨਾਂ ਦੇ ਐਮਐਲਏਜ਼ ਨੂੰ ਮਿਲਿਆ। ਮੈਂ ਇਹਨਾਂ ਕੋ ਐਕਸ਼ਨ ਟੇਕਨ ਰਿਪੋਰਟ ਕਹੀ ਹੈ ਕਿ ਕੱਲ ਪੇਸ਼ ਕਰੋ, ਸਾਨੂੰ ਦੱਸੋ ਤਾਂ ਸਹੀ। 6 ਕਰੋੜ ਰੁਪਈਆ ਲੱਗਾ 4 ਦਿਨਾਂ 'ਚ, 3.5 ਘੰਟੇ ਬਹਿਸ ਹੋਈ, 2 ਵਾਰ ਮੁੱਖ ਮੰਤਰੀ ਸਾਹਿਬ ਬੋਲੇ, 17 ਬੁਲਾਰੇ ਬੋਲੇ, ਤੇ ਅਜੇ ਤੱਕ ਇਹ ਨਹੀਂ ਦੱਸਿਆ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੈਜਿਸਲੇਟਰਸ ਨੂੰ ਕਿ ਦੱਸੋ ਉਹਦੇ 'ਚੋਂ ਨਿਕਲਿਆ ਕੀ ਹੈ, ਕਿਹੜੇ ਲੀਡਰ ਨੇ ਪੈਸੇ ਆਫਰ ਕੀਤੇ ਤੇ ਕਿਹੜੇ ਲੀਡਰ ਨੂੰ ਕਿੰਨੀ ਪੈਸੇ ਮਿਲੇ ਕਿ ਨਹੀਂ ਮਿਲੇ, ਤੇ ਦੂਸਰੀ ਗੱਲ ਕਾਰਵਾਈ ਕੀ ਕੀਤੀ ਹੈ ਅਜੇ ਤੱਕ ਕੋਈ ਜਵਾਬ ਨਹੀਂ ਇਸ ਗਵਰਨਮੈਂਟ ਦਾ। ਸੋ ਤੁਸੀਂ ਆਪੇ ਹਿਸਾਬ ਲਓ ਕਿ ਸਰਕਾਰ ਨੂੰ ਇਹੀ ਨਹੀਂ ਪਤਾ। ਮੇਰਾ ਖਿਆਲ ਹੈ ਕੇਜਰੀਵਾਲ ਸਾਹਿਬ ਦੇ ਇੰਤਜ਼ਾਰ 'ਚ ਹੋਣਗੇ, ਉਹ ਸ਼ਾਮ ਨੂੰ ਦੱਸਣਗੇ ਕਿ ਯੋਗਾ ਤੋਂ ਬਾਅਦ ਅਸੀਂ ਕੀ ਕਰਨਾ, ਉਸੇ ਮੁਤਾਬਕ ਏਜੰਡਾ ਤੈਅ ਹੋ ਜਾਏਗਾ। ਨਹੀਂ ਦੇਖੋ, ਨੇਚਰਲੀ ਹੁੰਦਾ ਕਿ ਜਦੋਂ ਪਹਿਲੇ ਦਿਨ ਦੀ ਸ਼ੁਰੂਆਤ ਆ ਉਹ ਸ਼ਰਧਾਂਜਲੀਆਂ ਦੇ ਕੇ ਉਹ ਕੀਤੀ ਜਾਂਦੀ ਆ। ਕੋਈ ਗੱਲ ਨਹੀਂ, ਕੱਲ ਨੂੰ ਦੁਬਾਰਾ ਸੈਸ਼ਨ ਸ਼ੁਰੂ ਹੋਊਗਾ, ਉਹ 'ਚ ਆਪਣੀ ਗੱਲਬਾਤ ਜਿਹੜੀ ਵੀ ਕਿਸੇ ਨੇ ਰੱਖਣੀ ਆ, ਵਿਰੋਧੀ ਧਿਰ ਦੇ ਆਗੂ ਸਾਹਿਬਾਨ ਨੇ ਰੱਖਣੀ, ਉਹ ਰੱਖ ਸਕਦੇ ਨੇ, ਕੋਈ ਇਹੋ ਜਿਹੀ ਗੱਲਬਾਤ ਨਹੀਂ, ਅਸੀਂ ਕਿਹੜਾ ਰੋਕਦੇ ਹਾਂ ਕਿਸੇ ਨੂੰ। ਉਹ ਕਾਫੀ ਜ਼ਿਆਦਾ ਸਵਾਲ ਉਠਾ ਰਹੇ ਹੈ, ਬਾਰ-ਬਾਰ ਕਹਿ ਰਹੇ ਹੈ ਕਿ ਅੱਜ ਦਾ ਸੈਸ਼ਨ ਜਿਹੜਾ ਹੈਗਾ ਉਹਨਾਂ ਨੇ ਇੰਨਾ ਖਰਚ ਕਰਕੇ ਬੁਲਾਇਆ, ਬਾਵਜੂਦ ਉਸਨੇ ਜਿਹੜਾ ਹੈਗਾ ਸਿਰਫ ਆਬਚਰੀਜ਼ ਦੇ ਕੇ ਹੀ ਉਹਨਾਂ ਨੇ ਉਠਾਤਾ। ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਕੱਲ ਨੂੰ ਵੀ ਸੈਸ਼ਨ ਹੋਣਾ, ਸੋ ਉਹ 'ਚ ਜਿਹੜੇ ਪੰਜਾਬ ਦੇ ਕੋਈ ਮੁੱਦੇ ਨੇ ਉਹ ਰੱਖਣ। ਅਸੀਂ ਇਹ ਵੀ ਜਿਹੜੇ ਹੈਗਾ ਪੰਜਾਬ ਦੇ ਬਹੁਤ ਸਾਰੇ ਮਸਲੇ ਅਸੀਂ ਵੀ ਹੱਲ ਕਰਨੇ ਨੇ, ਕਿਉਂਕਿ ਸਰਕਾਰ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਦੋਂ ਸੈਸ਼ਨ ਸੱਦੀਏ ਤਾਂ ਪਿੱਛੇ ਸੈਸ਼ਨ ਹੋਇਆ ਤੇ ਉੱਥੋਂ ਇਹਨਾਂ ਨੇ ਕਿੰਨਾ ਕੁ, ਉਦੋਂ ਸੀਐਮ ਸਾਹਿਬ ਆਉਂਦੇ ਸੀ, ਉਹਦੀ ਦੂਜੀ ਗਲੀ ਨਿਕਲ ਜਾਂਦੇ ਸੀ, ਉਹ ਤਾਂ ਕਿਉਂਕਿ ਮੁੱਦਾ ਹੈ ਹੀ ਨਹੀਂ ਕੋਈ ਨਾ ਲਵੇ, ਨਿੱਜੀ ਰੰਜਿਸ਼ਾਂ ਕੱਢਦੇ ਫਿਰਦੇ ਨੇ, ਜੋ ਇਹਨਾਂ ਦਾ ਕੰਡੇ ਬੀਜੇ ਹੋਏ ਨੇ ਅਸੀਂ ਉਹ ਚੁਗਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਪ੍ਰਮਾਤਮਾ ਸੁੱਖ ਰੱਖੇ, ਪ੍ਰਮਾਤਮਾ ਦਾ ਹੱਥ ਰਿਹਾ ਤਾਂ ਤੁਸੀਂ ਆਪ ਦੇਖੋਗੇ ਸਾਡੇ ਮੁੱਖ ਮੰਤਰੀ ਸਾਹਿਬ ਜਿਸ ਇਮਾਨਦਾਰੀ ਨਾਲ ਲੱਗੇ ਨੇ, ਮੈਨੂੰ ਲੱਗਦਾ ਬਹੁਤ ਵਧੀਆ ਜਿਹੜਾ ਮੰਤਰੀ ਜੀ ਉਹ ਤਾਂ ਉਲਟਾ ਕਹਿੰਦੇ ਆ ਕਿ ਤੁਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਵੀ ਕਿਹਾ, ਮੁੱਖ ਮੰਤਰੀ ਹੋਰਾਂ ਨੇ ਵੀ ਕਿਹਾ ਕਿ ਸਾਰੇ ਚੈਨਲਾਂ ਤੇ ਪ੍ਰਸਾਰਿਤ ਹੋਣੀ ਚਾਹੀਦੀ ਹੈ, ਵਾਕਈ ਸਾਰੇ ਚੈਨਲਾਂ ਤੇ, ਪਰ ਲੱਗਦਾ ਨਹੀਂ ਕਿ ਉਸ ਸੰਬੰਧੀ ਐਸਜੀਪੀਸੀ ਨਾਲ ਗੱਲ ਕੀਤੀ ਜਾਣੀ ਚਾਹੀਦੀ, ਕਿਉਂਕਿ ਉਹ ਅਧਿਕਾਰ ਖੇਤਰ ਜਿਹੜਾ ਐਸਜੀਪੀਸੀ ਦੇ ਅੰਡਰ ਆਉਂਦੀ। नहीं, एसजीपीसी देखो असल में तो जब पता है एसजीपीसी को पता है, एसजीपीसी ने पहले खोल देना चाहिए कि ਜਿਹੜਾ ਮਰਜ਼ੀ ਕਰ ਲਓ ਅਧਿਕਾਰ ਖੇਤਰ ਨੂੰ। ਅਸੀਂ ਕੋਈ ਕਿਸੇ ਦਾ ਕੋਈ ਅਧਿਕਾਰ ਥੋੜੀ ਖੋਣ ਚੱਲਾਂਗੇ ਵੀ ਕਿਸੇ ਦਾ ਅਧਿਕਾਰ ਖੋਲਿਆ ਉਹਨਾਂ ਤੋਂ ਐਸਜੀਪੀਸੀ ਅਸੀਂ ਆਪਦੇ ਕਬਜ਼ੇ 'ਚ ਲੈ ਲਈ। ਐਸਜੀਪੀਸੀ ਦੇ ਉਹ ਵੀ ਤਾਂ ਕਾਰਜਕਾਰੀ ਪ੍ਰਧਾਨ ਨੇ, ਐਸਜੀਪੀਸੀ ਦੀ ਇਲੈਕਸ਼ਨ ਹੋਈ ਹੀ ਨਹੀਂ ਹੈ, ਲੰਬੇ ਸਮੇਂ ਤੋਂ ਇਲੈਕਸ਼ਨ ਨਹੀਂ ਹੋਈ। ਸੋ ਇਸ ਕਰਕੇ ਸਗੋਂ ਉਹਨਾਂ ਨੂੰ ਇਹ ਕਹਿਣ ਦੀ ਬਜਾਏ ਕਿ ਇਹ ਠੀਕ ਨੇ ਐਸਜੀਪੀਸੀ ਦਾ ਅਧਿਕਾਰ ਹੈ, ਉਹਨਾਂ ਨੇ ਪਹਿਲੇ ਕਰ ਦੇਣਾ ਚਾਹੀਦਾ ਸੀ, ਕੋਈ ਗੱਲ ਨਾ ਰਹਿੰਦੀ। ਸੋ ਇਸ ਕਰਕੇ ਰਿਪੋਰਟ ਦੀ ਗੱਲ ਜਿਹੜੀ ਗੁਰਬਾਣੀ ਆ ਉਹਦਾ ਵਰਲਡ ਵਾਈਡ ਆ ਜਿਹੜਾ ਉਹ ਪ੍ਰਸਾਰਨ ਹੋਵੇ ਔਰ ਸਾਰੇ ਲੋਕ ਦੇਖਣ ਕਿ ਹਾਂ ਬਹੁਤ ਵਧੀਆ ਜਿਹੜਾ ਕੰਮ ਹੈ ਉਹ ਕੀਤਾ ਗਿਆ। ਮੰਤਰੀ ਜੀ ਲੋਟਸ ਆਪਰੇਸ਼ਨ ਨੂੰ ਲੈ ਕੇ ਉਹ ਬਾਰ-ਬਾਰ ਗੱਲ ਕਰਦੇ ਹੈ ਉਹਦੀ ਐਕਸ਼ਨ ਟੇਕਨ ਰਿਪੋਰਟ ਦੀ, ਤੁਸੀਂ ਉਧਰ ਘੁੰਮੋ, ਤੁਸੀਂ ਤਾਂ ਕੈਮਰਾ ਉਧਰ ਹੈ ਸਰ ਤੁਹਾਡਾ ਕੈਮਰਾ ਉਧਰ ਹੈ, ਮੈਂ ਤਾਂ ਹੀ ਤੁਸੀਂ ਇੱਧਰ ਆਓਗੇ ਤਾਂ ਹੀ ਮੈਂ ਉੱਧਰ ਜਾਊਂਗਾ। ਜੀ ਐਕਸ਼ਨ ਟੇਕਨ ਰਿਪੋਰਟ ਦੀ ਗੱਲ ਕਰਦੇ ਆ ਮੰਤਰੀ ਜੀ, ਉਹ ਕਹਿੰਦੇ ਕਿ ਜਿਹੜਾ ਲੋਟਸ ਆਪਰੇਸ਼ਨ ਸੀਗਾ ਉਸ ਨੂੰ ਲੈ ਕੇ ਅਸੀਂ ਗੱਲ ਕਰਨੀ ਸੀ ਤੇ ਕੱਲ ਗੱਲ ਕਰ ਲੈਣਗੇ, ਉੱਥੇ ਸੈਸ਼ਨ 'ਚ ਕਰ ਲੈਣਗੇ ਜੀ, ਸੈਸ਼ਨ 'ਚ ਗੱਲ ਕਰ ਕੁਝ। ਸਰ 1 ਮਿੰਟ ਦਿਓ। ਇਹ ਸਾਡੇ ਨਾਲ ਸੀਗੇ ਮਿਨਿਸਟਰ ਚੇਤਨ ਸਿੰਘ ਜੋੜਾ ਮਾਜਰਾ, ਇਹ ਸਾਡੇ ਨਾਲ ਸੀਗੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ। ਉਹਨਾਂ ਨੇ ਬਰੀਫ ਜੀ ਗੱਲ ਕੀਤੀ, ਪਰ ਉਹਨਾਂ ਨੇ ਕਿਹਾ ਕਿ
ਵਿਰੋਧੀ ਧਿਰਾਂ ਨੂੰ ਜੋ ਵੀ ਗੱਲਾਂ ਨੇ ਉਹ ਸਾਰੀਆਂ ਕੱਲ ਸੈਸ਼ਨ 'ਚ ਕਰ ਲੈਣਗੇ। ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਕੋਲ ਕੋਈ ਏਜੰਡਾ ਨਹੀਂ ਹੈਗਾ, ਤਾਂ ਕਰਕੇ ਉਹ ਬਾਰ-ਬਾਰ ਐਵੇਂ ਦੀਆਂ ਗੱਲਾਂ ਕਰਦੇ ਨੇ। ਅਦਰਵਾਈਜ਼ ਜਿਹੜਾ ਹੈਗਾ ਸਰਕਾਰ ਨੂੰ ਪਤਾ ਕਿ ਉਹਨੇ ਕੀ ਕੰਮ ਕਰਨਾ, ਸਰਕਾਰ ਪੂਰੇ ਤਰੀਕੇ ਦੇ ਨਾਲ ਆਪਣਾ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੁਆਰਾ ਜਿਹੜੀ ਪਹਿਲੇ ਸਰਕਾਰਾਂ ਸੀਗੀਆਂ, ਜਿਹੜੇ ਹੁਣ ਉਧਰ ਬਹਿ ਕੇ ਬੋਲਦੇ ਨੇ, ਉਹਨਾਂ ਵੱਲੋਂ ਬੀਜੇ ਹੋਏ ਕੰਡਿਆਂ ਨੂੰ ਹੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਚੁਣਨ ਦੇ ਵਿੱਚ ਕੰਮ ਕਰ ਰਹੀ ਹੈ। ਜਿਹੜਾ ਕਿ ਇਹਨਾਂ ਦੇ ਕੋਲ ਆਪਣੇ ਕੋਲ ਜਦੋਂ ਕੋਈ ਏਜੰਡਾ ਨਹੀਂ ਹੈ ਤੇ ਬਾਰ-ਬਾਰ ਹੈ ਸਰਕਾਰ ਦੇ ਉੱਤੇ ਨੁਕਤਾਚੀਨੀ ਕਰਦੇ ਨੇ। ਕੈਮਰਾ ਪਰਸਨ ਸਬਜੀ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਤੇ ਹੋਵੇਗੀ ਭਖਦੇ ਮੁੱਦਿਆਂ ਦੀ ਗੱਲ। ਸਿਆਸੀ ਪਾਰਟੀਆਂ ਨੂੰ ਕਰਾਂਗੇ ਸਵਾਲ ਤਾਂ ਕਿ ਲੋਕ ਮਸਲੇ ਹੋਣ ਹੱਲ। 5 ਜੂਨ ਤੋਂ ਲੈ ਕੇ ਆ ਰਹੇ ਹਾਂ ਤੁਹਾਡੇ ਭਰੋਸੇ ਦੇ ਸਾਥੀ D5 ਚੈਨਲ ਪੰਜਾਬੀ ਤੇ ਪੰਜਾਬ ਡਿਬੇਟ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ 7 ਵਜੇ ਤੱਕ ਵੇਖਣਾ ਨਾ ਭੁੱਲਣਾ ਪੰਜਾਬ ਡਿਬੇਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जो लॉन्च हो चुका है हुण कैनेडा विच।